ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਸੁਖਪਾਲ ਸਿੰਘ ਔਲਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਕਿਸੇ ਖਾਸ ਸ਼ਖਸੀਅਤ ਨਾਲ ਰੂਬਰੂ ਕਰਾਉਂਦੇ ਹਾਂ ਅਤੇ ਅੱਜ ਸਾਡੇ ਇਸ ਪ੍ਰੋਗਰਾਮ ਵਿੱਚ ਸਾਥ ਦੇਣਗੇ ਸਿਟੀ ਆਫ ਬਰੈਂਪਟਨ ਤੋਂ ਰੀਜਨਲ ਕੌਂਸਲਰ ਵਾਰਡ 9 ਅਤੇ 10 ਤੋਂ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਜੀ। ਗੁਰਪ੍ਰੀਤ ਢਿੱਲੋਂ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। थैंक यू जी। सत श्रीकाल जी। जी ढिल्लों साहब, मैं शुरुआत करनी चाहूँगा जिस तरह के सिटी का बजट आने वाला है, नਵੇਂ टैक्सां की तैयारी ਜਾਂ कटौती की तैयारी, लेटेस्ट अपडेट की है टैक्स ਵਿੱਚ? ਜ਼ਰੂਰ ਜੀ। ਸੋ ਹਰ ਸਾਲ ਸਾਡੇ ਨਵੰਬਰ ਦੇ ਐਂਡ ਦੇ ਵਿੱਚ ਡਿਲੀਬਰੇਸ਼ਨ ਸ਼ੁਰੂ, ਮਤਲਬ ਕਿ ਮੀਟਿੰਗਸ ਡਿਸਕਸ਼ਨਸ ਸ਼ੁਰੂ ਹੁੰਦੀ ਹੈ। ਸੋ ਇਸ ਸਾਲ 2022 ਦੀ ਬਜਟ ਵਾਸਤੇ ਨਵੰਬਰ 29 ਨੂੰ ਸ਼ੁਰੂ ਹੋਣੀ ਹੈ ਡਿਸਕਸ਼ਨ, ਤੇ 8 ਦਸੰਬਰ ਨੂੰ ਫਾਈਨਲਾਈਜ਼ ਹੋਣਾ ਜੀ। ਹਰ ਸਾਲ ਸਿਟੀ ਸਟਾਫ ਆਪਣੇ ਨੰਬਰਸ ਲੈ ਕੇ ਆਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਐਜ਼ ਅ ਕਾਉਂਸਲ ਡਿਸਾਈਡ ਕਰਦੇ ਹਾਂ ਜੇ ਘਟਾਉਣਾ ਜਾਂ ਵਧਾਉਣਾ ਜਿਹੜਾ ਟੈਕਸ ਹੈ। ਸੋ ਰਾਈਟ ਨਾਓ ਅਸੀਂ 1.3% ਸਿਟੀ ਵੱਲੋਂ ਵੇਖਦੇ ਪਏ ਹਾਂ ਤੇ ਰੀਜਨ ਤੇ 1.5 ਵੇਖਦੇ ਪਏ ਹਾਂ। ਪਿਛਲੇ 3 ਸਾਲ ਸਿਟੀ ਤੋਂ 0% ਇਨਕਰੀਜ਼ ਸੀਗਾ ਤੇ ਔਨ ਐਵਰੇਜ ਅਬਾਊਟ 1% ਰੀਜਨ ਤੋਂ। ਸੋ 3 ਵੱਖਰੇ ਟੈਕਸ ਅਸੀਂ ਪੇ ਕਰਦੇ ਹਾਂ ਬਰੈਂਪਟਨ ਦੇ ਵਿੱਚ। ਇੱਕ ਮਿਊਨਿਸਪੈਲਿਟੀ ਕਲੈਕਟ ਕਰਦੀ ਹੈ, ਸਿਟੀ ਆਫ ਬਰੈਂਪਟਨ ਕਲੈਕਟ ਕਰਦੀ ਹੈ ਰੀਜਨ ਦਾ ਵੀ ਤੇ ਜਿਹੜਾ ਸਕੂਲ ਬੋਰਡ ਦਾ ਵੀ। ਐਂਡ ਸੋ ਰਾਈਟ ਨਾਓ ਜੇ 1.3 ਐਕਸੈਪਟ ਕਰਾਂਗੇ ਸਿਟੀ ਤੋਂ ਤੇ 1.5 ਐਕਸੈਪਟ ਕਰਾਂਗੇ ਰੀਜਨ ਤੋਂ, ਆਪਾਂ $142 ਇਨਕਰੀਸ ਆਪਾਂ ਵੇਖਾਂਗੇ ਇਸ ਸਾਲ ਦਾ। ਪਰ ਲਾਈਕ ਆਈ ਸੈਡ ਪਿਛਲੇ 3 ਸਾਲ ਤੋਂ ਅਸੀਂ ਵਧਾਇਆ ਨੀਗਾ ਤੇ ਮੇਰਾ ਗੈਸ ਹੈਗਾ, ਗੁੱਡ ਸਟਰੋਂਗ ਗੈਸ, ਕਿ ਇਸ ਸਾਲ ਅਸੀਂ ਫੇਰ ਨਹੀਂ ਵਧਾਉਣਾ ਜਿਹੜਾ ਟੈਕਸ ਹੈ ਸਿਟੀ ਤੋਂ ਹੈ ਐਟਲੀਸਟ। ਜੀ, ਘੱਟੋ ਘੱਟ ਬਰੈਂਪਟਨ ਵਾਸੀਆਂ ਲਈ ਜ਼ਰੂਰ ਰਾਹਤ ਦੀ ਖਬਰ ਹੈ ਕਿ ਸਿਟੀ ਟਰਾਈ ਕਰ ਰਹੀ ਹੈ ਕਿ ਜੋ ਟੈਕਸ ਨੂੰ ਇਨਕਰੀਜ਼ ਨਾ ਕੀਤਾ ਜਾਵੇ, ਕੋਈ ਨਵਾਂ ਬੋਝ ਆ ਜਿਹੜਾ ਉਹ ਲੋਕਾਂ ਉੱਪਰ ਨਾ ਪਾਇਆ ਜਾਵੇ। ਇਸੇ ਦਰਮਿਆਨ ਢਿੱਲੋਂ ਸਾਹਿਬ, ਇੱਕ ਬਹੁਤ ਟ੍ਰੈਫਿਕ ਦਾ ਮੁੱਦਾ ਚਰਚਾ 'ਚ ਰਹਿੰਦਾ ਸਿਗਨਲਸ ਨੂੰ ਲੈ ਕੇ ਵੀ, ਅਤੇ ਜੋ ਸਪੀਡ ਇਨਫੋਰਸਮੈਂਟ ਕੈਮਰਾਸ ਨੇ, ਕਾਫੀ ਚੰਗੇ ਰਿਜ਼ਲਟ ਜਿਹੜੇ ਸਿਟੀ ਨੇ ਕੈਮਰਾ ਜੋ ਐਸਟੈਬਲਿਸ਼ ਕੀਤੇ ਆ ਉਹਨਾਂ ਨੇ ਦਿੱਤੇ ਆ। ਸੋ ਕੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਨਵੇਂ ਵੀ ਇਸ ਸੰਬੰਧੀ ਪਲਾਨ ਦੇਖ ਰਹੇ ਹਾਂ ਕਿ ਨਵੇਂ ਜਿਹੜੇ ਇਨਫੋਰਸਮੈਂਟ ਸਪੀਡ ਕੈਮਰਾਜ਼ ਆ ਉਹਨਾਂ ਨੂੰ ਐਸਟੈਬਲਿਸ਼ ਕੀਤਾ ਜਾਊਗਾ ਨਵੇਂ ਕੈਮਰਾਜ਼ ਬਾਰੇ? ਹਾਂਜੀ, ਸੋ ਰੀਸੈਂਟਲੀ ਪ੍ਰੋਵਿੰਸ ਨੇ ਅਲਾਉੈਂਸ ਦਿੱਤਾ ਸੀਗਾ ਆਪਣੇ ਮਿਊਨਿਸਪੈਲਿਟੀਜ਼ ਨੂੰ ਕਿ ਤੁਸੀਂ ਜਿਹੜਾ ਸਪੀਡ ਰੇਡਾਰ ਹੈ ਤੁਸੀਂ ਉਹ ਕੈਮਰੇਜ਼ ਤੁਸੀਂ ਲਾ ਸਕਦੇ ਹੋ। ਸੋ ਸਾਡੀ ਨੇ ਸਿਟੀ ਦੇ ਵਿੱਚ ਅਸੀਂ ਕੀ ਕਰਦੇ ਹਾਂ, ਥੋੜ੍ਹੇ ਚਿਰ ਵਾਸਤੇ ਅਸੀਂ ਇੱਕ ਥਾਂ ਰੱਖਦੇ ਹਾਂ ਅਤੇ ਫਿਰ ਅਸੀਂ ਉਹ ਮੂਵ ਕਰ ਦਿੰਦੇ ਹਾਂ। ਰਾਈਟ ਨਾਓ ਸਾਡੇ ਬਜਟ ਦੇ ਵਿੱਚ ਇਹ ਵੀ ਹੈਗਾ ਕਿ ਅਸੀਂ ਐਡ ਕਰਨੇ ਆ 8 ਹੋਰ ਐਡ ਕਰਨੇ ਸਾਡੇ ਬਜਟ ਦੇ ਵਿੱਚ ਇਸ ਸਾਲ। ਸੋ ਕਈ ਲੋਕੀ ਅਗੇਂਸਟ ਨੇ ਇਹ ਸਪੀਡ ਰੇਡਾਰ, ਕਹਿੰਦੇ ਕਿ ਚਲੋ ਸਿਟੀ ਪੈਸਾ ਬਣਾ ਰਹੇ ਤੋਂ। ਇਹ ਪੈਸਿਆਂ ਦੀ ਗੱਲ ਨਹੀਂ ਕੀਤੀ ਕਿਉਂਕਿ ਸਾਡੇ ਬੱਚਿਆਂ ਦੀ ਕੋਈ ਕੀਮਤ ਹੈ ਨਹੀਂ। ਇਹ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਉਹ ਜ਼ੋਨ ਆਈਡੈਂਟੀਫਾਈ ਕਰਦੇ, ਸੜਕਾਂ ਆਈਡੈਂਟੀਫਾਈ ਕਰਦੇ ਜਿੱਥੇ ਜ਼ਿਆਦਾ ਲੋੜ ਹੈ ਤੇ ਉੱਥੇ ਅਸੀਂ ਇੰਸਟਾਲ ਕਰਾਉਂਦੇ ਹਾਂ। ਸੋ ਫੋਰ ਐਗਜ਼ਾਮਪਲ ਜੇ ਤੁਸੀਂ 40 ਤੋਂ ਜ਼ਿਆਦਾ ਤੁਹਾਡੀ ਸਪੀਡ ਹੋਊਗੀ, ਈਵਨ 1 ਕਿਲੋਮੀਟਰ, ਤੁਹਾਨੂੰ ਫਾਈਨ ਮਿਲੂਗੀ। 2 ਕਿਲੋਮੀਟਰਸ ਤੁਹਾਨੂੰ ਐਕਸਟਰਾ ਫਾਈਨ ਮਿਲੂਗੀ। 3 ਕਿਲੋਮੀਟਰਸ ਐਕਸਟਰਾ ਫਾਈਨ। ਐਂਡ ਸੋ ਦਿਸ ਇਜ਼ ਨਾਟ ਗੋਇੰਗ ਟੂ ਐਨੀਬਾਡੀਜ਼ ਪਾਕਟਸ। ਇਹ ਜਿਹੜਾ ਕਲੈਕਟ ਅਸੀਂ ਕਰਦੇ ਹਾਂ, it's to maintain the program ਤੇ ਨਾਲੇ to invest ਹੋਰ ਸਾਡੇ ਟ੍ਰੈਫਿਕ ਸੇਫਟੀ ਦੇ ਵਿੱਚ। ਸੋ ਜਦੋਂ ਦਾ ਮੈਂ ਕਾਉਂਸਲਰ ਬਣਿਆ, ਮੇਰੇ ਇਹੀ ਗੋਲ ਸੀਗਾ ਕਿ ਇੱਕ ਤਾਂ ਟ੍ਰੈਫਿਕ ਸੇਫਟੀ, ਬੱਚਿਆਂ ਨੂੰ ਪ੍ਰੋਟੈਕਟ ਕਰਨਾ, ਪੈਡੈਸਟਰੀਅਨਸ ਨੂੰ ਪ੍ਰੋਟੈਕਟ ਕਰਨਾ, ਪਰ ਨਾਲੇ ਜਿਹੜੀ ਰੋਡ ਸੇਫਟੀ ਹੈ ਉਹ ਇਨਕਰੀਜ਼ ਕਰਨਾ। ਸੋ ਅਸੀਂ ਇਹ ਵੀ ਦੇਖਦੇ ਪਏ ਕਿ ਜਿਹੜੇ ਸਪੀਡ ਕੁਸ਼ਨ ਨੇ, ਜਿਹੜੇ ਸਪੀਡ ਬੰਪਸ ਨੇ, ਉਹ ਆਪਾਂ ਦੇਖਣਾ ਕਿ ਆਪਾਂ ਜੇ ਐਡ ਕਰੀਏ ਇਨ 2022। ਸੋ ਸਾਡੇ ਵਾਰਡ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਬਲਮ ਆਈ, we were able to get the crosswalks, stop sign, or ਜਿਹੜਾ ਸਪੀਡ ਕੈਮਰਾ ਰੀਸੈਂਟਲੀ ਥੋਰਨਡੇਲ ਐਵਨਿਊ ਤੇ ਇੱਕ ਕੁੜੀ ਦਾ ਬਹੁਤ ਬੈਡ ਐਕਸੀਡੈਂਟ ਹੋਇਆ ਸੀਗਾ, ਉੱਥੇ ਆਪਾਂ ਸਟਾਪ ਸਾਈਨ ਰਾਈਟ ਅਵੇ ਲਵਾਇਆ ਤੇ ਉੱਥੇ ਆਪਾਂ ਕੈਮਰਾ ਵੀ ਲਵਾਉਣ ਲੱਗੇ। We got to keep our kids safe। ਜੀ,
ਇਸ ਦੇ ਨਾਲ ਹੀ ਢਿੱਲੋਂ ਸਾਹਿਬ ਇਲੈਕਟ੍ਰਿਕ ਬੱਸ ਜਿਹੜਾ ਇੱਕ ਡ੍ਰੀਮ ਪ੍ਰੋਜੈਕਟ ਵੀ ਸੀ ਸਿਟੀ ਆਫ ਬਰੈਂਪਟਨ ਦਾ, ਅਤੇ ਵੱਡਾ ਇੱਕ ਮਾਈਲਸਟੋਨ ਵੀ ਸਥਾਪਿਤ ਹੋਇਆ ਹਰ ਇੱਕ ਪੱਖ ਤੋਂ। ਤਾਂ ਇਲੈਕਟ੍ਰਿਕ ਬੱਸ ਸਰਵਿਸ ਦੇ ਵਿਸਥਾਰ ਨੂੰ ਲੈ ਕੇ ਵੀ ਕੋਈ ਨਵੀਂ ਯੋਜਨਾ ਆ ਰਹੀ ਹੈ? ਹਾਂਜੀ, ਸੋ ਅਸੀਂ ਹੁਣ ਨਿਊ ਬੱਸਿਸ ਆਪਾਂ ਲੈ ਕੇ ਆ ਰਹੇ ਹਾਂ। ਐਕਚੁਅਲੀ ਅਸੀਂ ਐਕਚੁਅਲੀ ਲੀਡਰਸ ਹਾਂ in terms of electric busing. So ਤੁਸੀਂ ਦੇਖਿਆ ਹੋਣਾ ਇੱਕ ਰਾਊਟ ਹੈ ਸੈਂਡਲਵੁੱਡ, ਐਂਡ ਉੱਥੇ ਇੱਕ ਇਲੈਕਟ੍ਰਿਕ ਬੱਸ ਜਾਂਦੀ, ਇਟਸ ਬਲੂ ਕਲਰ। ਉਹਦਾ ਕੋਈ ਕਾਰਬਨ ਐਮਿਸ਼ਨ ਨਹੀਂ, ਮਤਲਬ ਕਿ ਕੋਈ ਪੋਲੂਸ਼ਨ ਨਹੀਂ ਨਿਕਲਦੀ ਉਸ ਬੱਸ ਚੋਂ। ਸੋ ਅਸੀਂ ਹੁਣ 12 ਬੱਸਿਸ ਐਡ ਕਰ ਰਹੇ ਹਾਂ, ਤੇ ਨਾਲੇ ਹੁਣ ਸਾਨੂੰ ਫੰਡਿੰਗ ਵੀ ਮਿਲੀ ਹੈ ਪ੍ਰੋਵਿੰਸ ਤੋਂ ਤੇ ਆਪਣੇ ਫੈਡਰਲ ਸਰਕਾਰ ਤੋਂ ਇੱਕ ਨਵੀਂ ਬੱਸ ਫੈਸਿਲਿਟੀ ਈਸਟ ਐਂਡ ਵਾਸਤੇ ਉਹ ਬਣਾਉਣ ਵਾਸਤੇ। ਸੋ ਕਾਫੀ ਵੱਡੀ ਫੈਸਿਲਿਟੀ ਹੋਣੀ ਹੈ, 400-500 ਜੌਬਸ ਆਉਣਗੀਆਂ ਉਸ ਫੈਸਿਲਿਟੀ 'ਚ, ਤੇ ਨਾਲੇ we're going to have look to have eventually ਕਿ ਪੂਰੀ ਸਾਡੀ ਜਿਹੜੀ ਫਲੀਟ ਹੈ ਉਹ ਇਲੈਕਟ੍ਰਿਕ ਹੋਵੇ, ਕਿਉਂਕਿ ਅਸੀਂ ਚਾਹੁੰਦੇ ਕਿ ਜਿਹੜਾ ਮਨੀ ਕਾਸਟ ਸੇਵਿੰਗ ਵੀ ਹੋਵੇ, ਪਰ ਨਾਲੇ ਸਾਡਾ ਜਿਹੜੀ ਐਨਵਾਇਰਨਮੈਂਟ ਹੈ ਉਹਨੂੰ ਵੀ ਬੈਨੀਫਿਟ ਹੋਵੇ ਜੀ। ਜੀ ਬਿਲਕੁਲ। ਅਤੇ ਜਿਸ ਤਰ੍ਹਾਂ ਸਾਡੇ ਦਰਸ਼ਕ ਵੀ ਜਾਣਦੇ ਆ ਕਿ ਸਨੋ ਦਾ ਸੀਜ਼ਨ ਆ ਰਿਹਾ, ਔਰ ਲਗਾਤਾਰ ਸਿਟੀ ਇਸ ਗੱਲ ਲਈ ਕੰਮ ਲਈ ਤਿਆਰ ਰਹਿੰਦੀ ਹੈ ਸਨੋ ਨੂੰ ਹਟਾਉਣ ਲਈ। ਤਾਂ ਢਿੱਲੋਂ ਸਾਹਿਬ, ਸਨੋ ਨਾਲ ਜੁੜਿਆ ਹੀ ਮੁੱਦਾ ਹੈ, ਜੋ ਸਨੋ ਤਾਂ ਹਟਾਈ ਜਾਂਦੀ ਹੈ ਸਿਟੀ ਵੱਲੋਂ, ਪੂਰੇ ਜ਼ੋਰਾਂ ਸ਼ੋਰਾਂ 'ਤੇ ਕੰਮ ਚੱਲਦਾ, ਪਰ ਉਸ ਤੋਂ ਬਾਅਦ ਵੀ ਇੱਕ ਸਨੋ ਰਹਿ ਜਾਂਦੀ ਹੈ ਜਿਨ੍ਹਾਂ ਬਾਰੇ ਲੋਕਾਂ ਨੂੰ ਇਤਰਾਜ਼ ਰਹਿੰਦਾ। ਘਰ ਦੇ ਡਰਾਈਵੇ ਅੱਗੇ ਇੱਕ ਤਰ੍ਹਾਂ ਦਾ ਬੈਰੀਅਰ ਬਣ ਜਾਂਦਾ, ਜਾਂ ਕਿਤੇ ਪੂਰਾ ਇੱਕ ਸਨੋ ਨੂੰ ਜਿੱਥੇ ਇਕੱਠਾ ਕੀਤਾ ਜਾਂਦਾ ਵੱਖ-ਵੱਖ ਗਲੀਆਂ 'ਚ, ਤਾਂ ਉਸ ਸੰਬੰਧੀ ਲੋਕਾਂ ਦਾ ਕਾਫੀ ਇਤਰਾਜ਼ ਰਹਿੰਦਾ ਕਿ ਉਹ ਡਰਾਈਵੇ ਵੀ ਆਪਣੇ ਸਾਫ਼ ਕਰਦੇ ਆ, ਸਿਟੀ ਸਟਰੀਟ ਵੀ ਸਾਫ਼ ਕਰਦੀ ਆ, ਪਰ ਇਸ ਦੇ ਬਾਵਜੂਦ ਕਾਫੀ ਵੱਡੇ ਪੱਧਰ 'ਤੇ ਸਨੋ ਬਚ ਜਾਂਦੀ ਹੈ, ਜਿਹੜਾ ਟ੍ਰੈਫਿਕ ਵਿੱਚ ਜਾਂ ਡਰਾਈਵੇ ਤੋਂ ਜਦੋਂ ਗੱਡੀ ਕੱਢਣੀ ਹੁੰਦੀ ਹੈ ਘਰ ਵਾਲਿਆਂ ਨੇ, ਉਸ ਵਿੱਚ ਅੜਿੱਕਾ ਪਾਉਂਦੀ ਹੈ। ਤਾਂ ਉਸ ਸੰਬੰਧੀ ਵੀ ਤੁਸੀਂ ਕੋਈ ਮੋਸ਼ਨ ਲਿਆ ਰਹੇ ਹੋ? ਮੈਂ ਲਿਆਂਦਾ, ਮੈਂ ਸਟਾਫ ਨੂੰ ਕਿਹਾ ਸੀਗਾ ਕਿ ਬ੍ਰਿੰਗ ਅਸ ਅ ਫੁੱਲ ਰਿਪੋਰਟ, ਪੂਰੀ ਕਾਸਟ ਲੈ ਕੇ ਆਓ ਤੇ ਇੰਪਲੀਮੈਂਟੇਸ਼ਨ ਪਲਾਨ ਲੈ ਕੇ ਆਓ, ਜੇ ਆਪਾਂ ਪਾਸ ਚੈੱਕ ਕਰਦੀ ਐਜ਼ ਅ ਕਾਉਂਸਲ ਇਹਦੀ ਕਾਸਟ ਕੀ ਹੋਣੀ ਹੈ। ਸੋ ਰਾਈਟ ਨਾਓ ਡਿਫਰੈਂਟ ਸ਼ਹਿਰਾਂ ਦੇ ਵਿੱਚ ਇਹ ਸਰਵਿਸ ਆਫਰ ਹੁੰਦੀ ਹੈ, ਪਰ ਪੂਰੇ ਸ਼ਹਿਰ ਦੇ ਵਿੱਚ ਨਹੀਂ, ਮਤਲਬ ਕਿ ਡਿਫਰੈਂਟ ਪਾਕਟਸ ਵਿੱਚ। ਫੋਰ ਐਗਜ਼ਾਮਪਲ ਆਪਣੇ ਇਟੋਬੀਕੋ ਦੇ ਵਿੱਚ ਕਈ ਥਾਵਾਂ 'ਚ ਇਹ ਸਰਵਿਸ ਮਿਲਦੀ ਹੈ, ਵੌਨ ਦੇ ਵਿੱਚ ਵੀ ਆਲਰੇਡੀ ਹੈਗਾ। ਸੋ ਕੱਲ੍ਹ ਹੀ ਮੈਨੂੰ ਉਹ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਸਾਡਾ ਪੂਰਾ $14 ਮਿਲੀਅਨ ਹਰ ਸਾਲ ਦਾ ਸਨੋ ਬਜਟ ਹੈ ਜੀ। ਜੇ ਆਪਾਂ ਉਹ ਟੈਕਨੋਲੋਜੀ ਐਡ ਕਰ ਦਈਏ ਸਾਡੇ ਐਗਜ਼ਿਸਟਿੰਗ ਜਿਹੜੇ ਸਨੋ ਟਰੱਕਸ ਨੇ, ਸਾਨੂੰ $13 ਮਿਲੀਅਨ ਐਕਸਟਰਾ ਪੇ ਕਰਨਾ ਪੈਣਾ, which is a 2.75% tax increase. So ਮੈਂ ਸਲਾਹ ਲਵਾਂਗਾ ਆਪਣੇ ਲੋਕਾਂ ਕੋਲ, if they want to see a tax increase. It's going to be a significant cost though. So basically ਜੋ ਸਾਡਾ ਹੁਣ ਬਜਟ ਹੈ ਉਹ ਡਬਲ ਹੋ ਜਾਣਾ ਜੀ ਆਪਾਂ ਐਸ ਸਰਵਿਸ ਐਡ ਕਰ ਦਈਏ ਹੁਣ ਜੀ। ਸਰਵਿਸ ਨਾਲ ਹੀ ਜੁੜਿਆ ਇੱਕ ਅਹਿਮ ਹੋਰ ਸਵਾਲ ਕਿ ਜੋ ਪੀਲ ਪੁਲਿਸ ਸੰਬੰਧੀ ਹੈ, ਲਗਾਤਾਰ ਅਸੀਂ ਦੇਖਦੇ ਹਾਂ ਕਿ ਪੁਲਿਸ ਦੀ ਜਿਹੜੀ ਆ ਕਈ ਥਾਵਾਂ 'ਤੇ ਕਮੀ ਵੇਖਣ ਨੂੰ ਮਿਲਦੀ। ਕਈ ਵਾਰ ਐਮਰਜੈਂਸੀ ਜਦੋਂ ਹੁੰਦੀ ਹੈ ਉੱਥੇ ਵੀ ਪੁਲਿਸ ਨਹੀਂ ਪਹੁੰਚ ਪੈਂਦੀ, ਹਾਲਾਂਕਿ ਲਗਾਤਾਰ ਜਿਹੜੀ ਪੁਲਿਸ ਦੀ ਨਵੀਂ ਹਾਇਰਿੰਗ ਆ ਉਹ ਵੀ ਚੱਲਦੀ ਰਹਿੰਦੀ ਹੈ। ਇਸ ਸੰਬੰਧੀ ਪੁਲਿਸ ਸਟੇਸ਼ਨ ਸੰਬੰਧੀ ਜਾਂ ਨਿਊ ਹਾਇਰਿੰਗ ਸੰਬੰਧੀ ਕੋਈ ਪਲਾਨ? ਹਾਂਜੀ, ਸੋ ਪਿਛਲੇ ਸਾਲ ਹੀ ਮੈਂ ਇੱਕ ਮਤਾ ਪਾਸ ਕਰਾਇਆ ਸੀਗਾ ਸਿਟੀ ਕਾਉਂਸਲ ਕੋਲੋਂ ਤੇ ਰੀਜਨਲ ਕਾਉਂਸਲ ਦੇ ਵਿੱਚ ਵੀ। ਮੈਂ ਕਿਹਾ ਸੀਗਾ ਕਿ ਸਾਡੇ ਬਰੈਂਪਟਨ ਦੇ ਈਸਟ ਐਂਡ ਦੇ ਵਿੱਚ ਜਦੋਂ ਆਪਾਂ ਵਾਰਡ 9, 10 ਤੇ 8 ਵੱਲ ਵੇਖੀਏ, ਕੋਈ ਪੁਲਿਸ ਪ੍ਰੈਜ਼ੈਂਸ ਹੈ ਨਹੀਂ, ਕੋਈ ਸਟੇਸ਼ਨ ਹੈ ਨਹੀਂ। ਸੋ in east of Bramley Road ਨਹੀਂ, ਉੱਥੇ 4-3 ਲੱਖ ਬੰਦਾ ਰਹਿੰਦਾ, ਕੋਈ ਬਿਲਡਿੰਗ ਨਹੀਂ, ਕੋਈ ਕੁਛ ਨਹੀਂ। ਸੋ ਉਹ ਪਾਸ ਕਰਾਇਆ ਸੀਗਾ। ਹੁਣ ਅਸੀਂ ਗੋਰ ਮੈਡੋਜ਼ ਦੇ ਵਿੱਚ ਇੱਕ ਸੈਟੇਲਾਈਟ ਸਟੇਸ਼ਨ ਬਣਾ ਰਹੇ ਹਾਂ, ਉਹਦੀ ਕਾਸਟ ਹੁਣ $271,000, I got it approved as well. ਇਹ ਸਮਰ ਤੱਕ ਇਹ ਬਣ ਜਾਣਾ। ਸੋ ਇਹ ਬੇਸਿਕਲੀ ਇੱਕ ਐਕਸਟੈਂਸ਼ਨ ਹੋਣੀ ਹੈ ਸਾਡੇ 21 ਡਿਵੀਜ਼ਨ ਦਾ। ਹੁਣ 21 ਡਿਵੀਜ਼ਨ ਬ੍ਰੈਮਲੀ ਸਿਟੀ ਸੈਂਟਰ ਤੁਸੀਂ ਵੇਖਿਆ ਹੋਣਾ। ਹੁਣ ਇਹਦੇ ਨਾਲ ਕੀ ਫਾਇਦਾ ਕਿ ਪੈਟਰੋਲਿੰਗ ਜ਼ਿਆਦਾ ਹੋਊਗੀ। ਹੁਣ ਜਦੋਂ ਆਪਾਂ ਕਾਲ ਕਰਾਂਗੇ ਪੁਲਿਸ ਨੂੰ, ਸਾਨੂੰ ਘੱਟ ਵੇਟ ਕਰਨਾ ਪਊਗਾ। ਹੁਣ ਇੰਸਟੈਡ ਆਫ ਗੋਇੰਗ ਆਲ ਦ ਵੇ ਬੈਕ ਟੂ 21 ਡਿਵੀਜ਼ਨ, ਉਹ ਏਰੀਆ ਦੇ ਵਿੱਚ ਹੀ ਹੋਣਗੇ ਕਾਲਸ ਨੂੰ ਅਟੈਂਡ ਕਰਨ ਵਾਸਤੇ। ਸੋ ਅਸੀਂ ਕੈਲਕੂਲੇਟ ਵੀ ਕੀਤਾ ਸੀਗਾ, 25 ਮਿੰਟ ਲੱਗਦੇ 21 ਡਿਵੀਜ਼ਨ
ਤੋਂ ਲੈ ਕੇ ਜੇ ਆਪਾਂ ਹੁਣ ਨਾਰਥ ਈਸਟ ਬਰੈਂਪਟਨ ਨੂੰ ਜਾਣਾ ਹੋਵੇ ਮੇਫੀਅਰ ਤੇ ਹਾਈਵੇ 50 ਐਂਡ ਸੋ ਇਟਸ ਗੋਇੰ ਟੂ ਬੀ ਵੈਰੀ ਵੈਰੀ ਹੈਲਪਫੁਲ ਨਾਲੇ ਸਾਡੇ ਬਜਟ ਦੇ ਵਿੱਚ ਅਸੀਂ 26 ਹੋਰ ਪੁਲਿਸ ਆਫੀਸਰਸ ਐਡ ਕਰਨੇ ਆ ਇਸ ਸਾਲ ਤੇ ਅਸੀਂ ਇਹ ਵੀ ਦੇਖਿਆ ਕਿ ਕਾਫੀ ਆਪਣੇ ਬੱਚੇ ਵੀ ਪੰਜਾਬੀ ਬੱਚੇ ਵੀ ਆ ਰਹੇ ਪੁਲਿਸ ਦੇ ਵਿੱਚ ਬਹੁਤ ਪ੍ਰਾਊਡ ਵਾਲੀ ਗੱਲ ਕਿ ਜਿਹੜੇ 21 ਡਿਵੀਜ਼ਨ ਦੇ ਸੁਪਰਡੈਂਟੈਂਟ ਨੇ ਉਹ ਨਵੀਂ ਝਿੰਜਰ ਨੇ ਆਪਣੇ ਪੰਜਾਬੀ ਜਿਨ੍ਹਾਂ ਨੇ ਹੁਣ ਕਾਫੀ ਸਾਰਿਆਂ ਕਮਿਊਨਿਟੀ ਦੇ ਹੁਣ ਉਹਨਾਂ ਨੇ ਹੈਲਪ ਕੀਤੀ ਇਟਸ ਵੈਰੀ ਸਟਰੋਂਗ ਲੀਡਰਸ਼ਿਪ देयर ਐਸ ਵੈਲ ਜੀ तो ब्रैम्पटन वासियों ਲਈ बहुत ਵੱਡੀ ਰਾਹਤ ਵਾਲੀ ਖਬਰ ਹੈ ਖਾਸ ਤੌਰ 'ਤੇ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਜ਼ਿਕਰ ਕੀਤਾ ਗੌਰ ਏਰੀਆ ਕੈਸਲਮੋਰ ਔਰ ਹਾਈਵੇ 50 ਜਿੱਥੇ ਪੁਲਿਸ ਡਿਵੀਜ਼ਨ ਦੀ ਕਮੀ ਮਹਿਸੂਸ ਹੁੰਦੀ ਸੀ ਤਾਂ ਗੌਰਮੈਂਟ ਕਮਿਊਨਿਟੀ ਸੈਂਟਰ ਜਿਹਨੂੰ ਅਸੀਂ ਗੌਰ ਲਾਇਬ੍ਰੇਰੀ ਦੇ ਤੌਰ 'ਤੇ ਵੀ ਜਾਣਦੇ ਹਾਂ ਤਾਂ ਉੱਥੇ ਜਿਹੜਾ ਪੁਲਿਸ ਦਾ ਨਵਾਂ ਐਕਸਟੈਂਸ਼ਨ ਕਰਕੇ ਨਵਾਂ ਜਿਹੜਾ ਸੈਂਟਰ ਹੈ ਉਹ ਸਥਾਪਿਤ ਕੀਤਾ ਜਾ ਰਿਹਾ ਨਵੇਂ ਪੁਲਿਸ ਅਫਸਰਾਂ ਦੀ ਭਰਤੀ ਵੀ ਜਿਹੜੀ ਜਲਦੀ ਕੀਤੀ ਜਾ ਰਹੀ ਹੈ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਅਹਿਮ ਮੁੱਦਾ ਕੈਨਬਿਸ ਜਿਹਨੂੰ ਅਸੀਂ ਪੰਜਾਬੀ 'ਚ ਭੰਗ ਦੇ ਤੌਰ 'ਤੇ ਵੀ ਜਾਣਦੇ ਹਾਂ ਉਹਨਾਂ ਦੀ ਦੁਕਾਨਾਂ ਨੂੰ ਲੈ ਕੇ ਅਹਿਮ ਸਵਾਲ ਮਿਸਟਰ ਢਿੱਲੋਂ ਤੋਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰੀਜਨਲ ਕੌਂਸਲਰ ਵਾਰਡ ਨੰਬਰ 9-10 ਤੋਂ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਨਾਲ ਢਿੱਲੋਂ ਸਾਹਿਬ ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਤੇ ਇੱਕ ਅਹਿਮ ਮੁੱਦਾ ਜਿਹਦੇ ਬਾਰੇ ਬਰੈਂਪਟਨ ਵਾਸੀ ਬਹੁਤ ਚਿੰਤਤ ਨੇ ਬਰੈਂਪਟਨ ਦੇ ਮਾਪੇ ਬਹੁਤ ਚਿੰਤਤ ਨੇ ਕੈਨਬਿਸ ਸਟੋਰ ਜਿਹਨੂੰ ਪੰਜਾਬੀ 'ਚ ਅਸੀਂ ਭੰਗ ਦੇ ਸਟੋਰਸ ਦੇ ਤੌਰ 'ਤੇ ਵੀ ਜਾਣਦੇ ਹਾਂ ਇੱਕ ਵੱਡਾ ਇਤਰਾਜ਼ ਰਹਿੰਦਾ ਲੋਕਾਂ ਨੂੰ ਖਾਸ ਤੌਰ 'ਤੇ ਮਾਪਿਆਂ ਨੂੰ ਕਿ ਇਸ ਸੰਬੰਧੀ ਜਿਹੜੀ ਸਿਟੀ ਆਫ ਬਰੈਂਪਟਨ ਹੈ ਉਹ ਕੰਟਰੋਲ ਨਹੀਂ ਕਰ ਪਾਉਂਦੀ ਤਾਂ ਇਸ ਬਾਰੇ ਤੁਹਾਡਾ ਮੈਂ ਸਿਟੀ ਆਫ ਕੌਂਸਲ ਦਾ ਹੀ ਪੱਖ ਜਾਣਨਾ ਚਾਹੂੰਗਾ ਤੁਹਾਡੇ ਬਿਹਾਫ 'ਤੇ ਕਿ ਇਸ ਸੰਬੰਧੀ ਕੀ ਕਾਨੂੰਨ ਨੇ ਕੀ ਲਾਜ਼ ਨੇ ਕਿ ਵਾਕਈ ਇਸ ਸੰਬੰਧੀ ਸਿਟੀ ਆਫ ਬਰੈਂਪਟਨ ਕੰਮ ਕਰ ਰਹੀ ਹੈ ਦੇਖੋ ਜੀ ਬਰੈਂਪਟਨ ਨੇ ਬਹੁਤ ਵੱਡੀ ਗਲਤੀ ਕੀਤੀ ਸੀਗੀ ਜੀ 2019 ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਵਿੰਸ ਦਾ ਆਫਰ ਐਕਸੈਪਟ ਕੀਤਾ ਸੀਗਾ ਇੱਥੇ ਵੇਚਣ ਵਾਸਤੇ ਜੋ ਭੰਗ ਹੈ ਕੈਨਬਿਸ ਕਹਿ ਲਓ ਇਹ ਇੰਗਲਿਸ਼ ਦੇ ਵਿੱਚ ਜੀ ਸੋ ਉਹਨਾਂ ਦੀ ਇਹ ਆਫਰ ਸੀ ਕਿ ਤੁਸੀਂ ਅਲਾਉ ਇੱਥੇ ਸ਼ਾਪਸ ਆਉਣਗੀਆਂ ਤੁਹਾਨੂੰ ਐਕਸਟਰਾ ਫੰਡਿੰਗ ਆਪਾਂ ਦੇਵਾਂਗੇ ਬਾਈ ਲਾ ਤੇ ਪੁਲਿਸਿੰਗ ਵਾਸਤੇ ਤੇ ਇਸੇ ਮਤਲਬ ਕਿ with that ਇਹਨਾਂ ਨੇ ਕਿਹਾ ਸੀਗਾ ਕਿ ਚਲੋ ਲੈਟਸ ਅਲਾਉ ਇਟ ਤਿੰਨ ਸੀਗੇ ਮੈਂ ਵੀ ਅਗੇਂਸਟ ਸੀਗਾ 8 ਜਣੇ ਇਨ ਫੇਵਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੋਚ ਸਮਝ ਕੇ ਅਸੀਂ ਡਿਸੀਜਨ ਲੈ ਰਹੇ ਹਾਂ ਕਿ ਇਹਦੇ ਫਾਇਦੇ ਹੀ ਬਹੁਤ ਨੇ ਕੈਨਬਿਸ ਨੂੰ ਵੇਚਣ ਵਾਸਤੇ ਸਾਡੇ ਬਰੈਂਪਟਨ ਦੇ ਵਿੱਚ ਹੁਣ ਆਈ ਥਿੰਕ ਸਾਡੀ ਕਾਉਂਸਲ ਪਛਤਾਉਣ ਡਈ ਹੈ ਕਿ ਬਾਕੀ 905 ਏਰੀਆ ਦੇ ਵਿੱਚ ਉਹਨਾਂ ਨੇ ਨਾ ਕੀਤੀ ਹੈ ਬਰੈਂਪਟਨ ਦੇ ਵਿੱਚ ਹੀ ਆ ਰਹੇ ਨੇ 30 ਹੁਣ ਅਪਰੂਵਡ ਨੇ ਕੈਨਬਿਸ ਸ਼ਾਪਸ 50 ਹੁਣ ਤੇ ਟੋਟਲ ਛੇਤੀ ਹੋ ਜਾਣੀ ਕਿਉਂਕਿ 20 ਦੀ ਐਪਲੀਕੇਸ਼ਨ ਪੈਂਡਿੰਗ ਹੈ ਤੇ ਉਹਦਾ ਮੈਂ ਇਹ ਕਿਹਾ ਸੀਗਾ ਕਿ ਸਾਡੇ ਹੱਥ ਵਿੱਚ ਕੋਈ ਕੰਟਰੋਲ ਹੈ ਨਹੀਂ ਜਿੱਦਾਂ ਹੁਣ ਕਿਸੇ ਨੇ ਕੋਈ ਵੀ ਐਪਲੀਕੇਸ਼ਨ ਪਾਉਣੀ ਹੈ ਡਿਵੈਲਪਮੈਂਟ ਵਾਸਤੇ ਸਿਟੀ ਅਪਰੂਵ ਕਰਦੀ ਹੈ ਪਰ ਕੈਨਬਿਸ ਵਾਸਤੇ ਉਹ ਸਿੱਧੇ ਪ੍ਰੋਵਿੰਸ ਨੂੰ ਅਪਲਾਈ ਕਰਦੇ ਪ੍ਰੋਵਿੰਸ ਪਰਮਿਸ਼ਨ ਦਿੰਦੇ ਹਨ ਸੋ ਸਾਡੇ ਹੱਥ 'ਚ ਕੰਟਰੋਲ ਹੈ ਨਹੀਂ ਕਿੱਥੇ ਜ਼ੋਨਿੰਗ ਹੈ ਕੀ ਲੋਕੇਸ਼ਨਸ ਨੇ ਇਹਨਾਂ ਦੀਆਂ ਪ੍ਰੋਵਿੰਸ ਨੂੰ ਸਾਰਾ ਟੈਕਸ ਮਿਲਦਾ ਸਾਡੀ ਆਪਣੀ ਸਟਾਫ ਨੇ ਵੀ ਕਿਹਾ ਸੀਗਾ ਕਿ ਫੰਡਿੰਗ ਸਾਨੂੰ ਮਿਲਦੀ ਵੀ ਹੈ ਉਹ ਘੱਟ ਇਟਸ ਨਾਟ ਇਨਫ ਕਿਉਂਕਿ ਐਕਸਟਰਾ ਸਾਨੂੰ ਹੁਣ ਬਾਇਲ ਆਫਿਸਰਸ ਤੇ ਪੁਲਿਸ ਆਫਿਸਰਸ ਚਾਹੀਦੇ ਨੇ ਸੋ ਇਹ ਇਸ਼ੂ ਅਜੇ ਖਤਮ ਨਹੀਂ ਹੋਇਆ ਵੀ ਗੋਇੰ ਟੂ ਕੰਟੀਨਿਊ ਟੂ ਫਾਈਟ ਲੋਕਾਂ ਦੇ ਨਾਲ ਖੜੇ ਰਹੇ ਆਪਾਂ ਜਿੱਥੇ ਵੀ ਕੋਈ ਐਪਲੀਕੇਸ਼ਨ ਆਈ ਵੁੱਡ ਨੋ 10 ਵਿੱਚ ਸੋ ਹੁਣ ਇੱਥੇ ਘੱਟ ਹੀ ਐਪਲੀਕੇਸ਼ਨ ਵੇਖਦੇ ਪਏ ਕਿ ਇਹਨਾਂ ਨੂੰ ਪਤਾ ਆਪਾਂ ਇਹਨਾਂ ਨੂੰ ਅਪੋਜ਼ ਕਰਨਾ ਤੇ ਇੱਕ ਐਕਚੁਅਲੀ ਆਪਾਂ ਸਟਾਪ ਵੀ ਕੀਤਾ ਸੀਗਾ ਐਂਡ ਸੋ ਲੈਟਸ ਵੇਟ ਐਂਡ ਸੀ ਨੈਕਸਟ ਫਿਊ ਮੰਥਸ ਹੋਰ ਵੀ ਆਪਾਂ ਇਹਦੇ ਤੇ ਆਪਾਂ ਕੰਮ ਕਰਾਂਗੇ ਬਟ ਜਿੰਨਾ ਹੁਣ ਜਿਹੜੇ ਰੈਜ਼ੀਡੈਂਟਸ ਨੇ ਅਪੋਜ਼ ਕੀਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਕਿ ਇਹਨਾਂ ਨੂੰ ਪਤਾ ਕਿ ਸਾਡੇ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ ਕਿ ਹੁਣ ਇੰਡੀਆ ਦੇ ਵਿੱਚ ਆਪਾਂ ਦੇਖ ਹੀ ਲਿਆ ਕਿ ਕੀ ਹੋਇਆ ਕੀ ਹੋਣ ਡਿਆ ਸਾਡੇ ਬੱਚਿਆਂ ਦੇ ਨਾਲ ਵੀ ਡੋਨਟ ਵਾਂਟ ਇਟ ਟੂ ਹੈਪਨ ਹੇਅਰ ਜੀ ਬਿਲਕੁਲ ਤਾਂ ਇਹ ਘੱਟੋ ਘੱਟ ਆਮ ਲੋਕਾਂ ਲਈ ਜ਼ਰੂਰ ਜਾਣਕਾਰੀ ਹੈ ਕਿ ਅਕੋਰਡਿੰਗ ਟੂ ਦ ਬਾਈ ਦ ਲਾ ਕਿ ਅਜੇ ਤੱਕ ਸਿਟੀ ਆਫ ਬਰੈਂਪਟਨ ਜਿਹੜੀ ਹੈ ਇਸ ਨਾਲ ਫਾਈਟ ਕਰ ਰਹੀ ਹੈ ਖਾਸ ਤੌਰ 'ਤੇ ਗੁਰਪ੍ਰੀਤ ਸਿੰਘ ਢਿੱਲੋਂ ਨਿੱਜੀ ਤੌਰ 'ਤੇ ਵੀ ਜੇ ਅਸੀਂ ਵੇਖਿਆ ਜਾਏ ਵਾਰਡਨ 9-10 ਵਿੱਚ ਜਦੋਂ ਸਟੋਰ ਖੁੱਲ੍ਹਣ ਦੀ ਗੱਲ ਚੱਲੀ ਸੀ ਕੈਨਬਿਸ ਦੀ ਤਾਂ ਇਹਨਾਂ ਨੇ ਲੋਕਾਂ ਨਾਲ ਆਪਣੇ ਲੋਕਾਂ ਨਾਲ ਖੜ੍ਹ ਕੇ ਉਸ ਦਾ ਜਿਹੜਾ ਵਿਰੋਧ ਵੀ ਜਿਹੜਾ ਦਰਜ ਕਰਾਇਆ ਸੀ ਢਿੱਲੋਂ ਸਾਹਿਬ ਇੱਕ ਹੋਰ ਅਹਿਮ ਮੁੱਦਾ ਜਿਹੜਾ ਇਸ ਵਾਰ ਦੀਵਾਲੀ 'ਤੇ ਸਾਹਮਣੇ ਆਇਆ ਬੰਦੀ ਛੋੜ ਦਿਵਸ 'ਤੇ
ਖਾਸ ਤੌਰ 'ਤੇ ਇੱਕ ਤਾਂ ਜਿਹੜੇ ਪਟਾਕੇ ਚਲਾਉਣ ਦੀ ਫਾਇਰਵਰਕਸ ਦੀ ਜਿਹੜੀ ਟਾਈਮਿੰਗ ਐਲਾਨੀ ਗਈ ਸੀ, ਉਸ ਤੋਂ ਬਾਅਦ ਵੀ ਅੱਧੀ ਰਾਤ ਤੱਕ ਔਰ ਅਰਲੀ ਮਾਰਨਿੰਗ ਤੱਕ ਜਿਹੜੇ ਉਹ ਪਟਾਕੇ ਚੱਲਦੇ ਰਹੇ। ਔਰ ਇਸ ਸੰਬੰਧੀ ਬਹੁਤ ਜ਼ਿਆਦਾ ਕੰਪਲੇਂਟਸ ਜੋ ਸਿਟੀ ਆਫ ਬਰੈਂਪਟਨ ਦਾ ਖੁਦ ਰੈਕਡ ਕਹਿੰਦਾ ਕਿ ਬਹੁਤ ਜ਼ਿਆਦਾ ਕੰਪਲੇਂਟਸ ਜਿਹੜੀਆਂ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰਸ ਜਿਹੜੀਆਂ ਉਹ ਦਰਜ ਹੋਈਆਂ। ਤਾਂ ਕੀ ਇਸ ਸੰਬੰਧੀ ਆਉਣ ਵਾਲੇ ਸਾਲਾਂ 'ਚ ਤਿਆਰੀ ਹੈ? ਜਿਹੜਾ ਇੱਕ ਤਾਂ ਪੋਲਿਊਸ਼ਨ ਵੀ ਹੋ ਰਿਹਾ, ਲੋਕ ਵੀ ਡਿਸਟਰਬ ਹੋ ਰਹੇ ਆ, ਇਸ ਸੰਬੰਧੀ ਆਉਣ ਵਾਲੇ ਸਾਲਾਂ ਦੀ ਕੀ ਤਿਆਰੀ ਹੈ? ਆਈ ਥਿੰਕ ਜਿਹੜਾ ਲਿਮਿਟ ਹੈ ਜੀ, ਉਹ ਅਸੀਂ ਕ੍ਰਾਸ ਕਰ ਗਏ ਆ। ਬਿਲਕੁਲ। ਕਿ ਹੁਣ ਅੱਜ ਇਸ ਸਾਲ 500 ਕੰਪਲੇਂਟ ਸੀਗੀਆਂ, ਪਹਿਲੀ 'ਚ 250 ਸੀ, ਉਹ ਤੋਂ ਪਹਿਲਾਂ 90 ਸੀਗੀਆਂ। ਐਂਡ ਆਈ ਥਿੰਕ ਹੁਣ ਤੁਸੀਂ ਫੀਲ ਵੀ ਕੀਤਾ, ਸੁਣਿਆ ਵੀ ਹੈ ਕਿ ਰਾਤ ਨੂੰ ਕਿੰਨੀ ਕਿ ਡਿਸਟਰਬੈਂਸ ਹੁੰਦੀ ਹੈ। ਸੋ ਮੈਂ ਹੀ ਰਿਕੁਐਸਟ ਪਾਈ ਸੀਗੀ ਫਿਊ ਮੰਥਸ ਅਗੋ ਕਿ ਆਪਸ਼ਨਸ ਲੈ ਕੇ ਆਓ। ਜੇ ਆਪਾਂ ਪ੍ਰਾਈਵੇਟ ਜੇ ਆਪਾਂ ਕੈਂਸਲ ਕਰ ਦਈਏ, ਸਾਡੇ ਆਲਟਰਨੇਟਿਵਸ ਕੀ ਨੇ? ਆਪਾਂ ਕੋਈ ਪਬਲਿਕ ਫੰਕਸ਼ਨ ਆਪਾਂ ਕਰ ਸਕਦੇ ਹਾਂ, ਸੇ ਫॉर ਐਗਜ਼ਾਮਪਲ ਜਕੂਜ਼ੀ ਪਾਰਕ, ਜਿੱਥੇ ਲੋਕੀ ਸਟਾਲਸ ਵੀ ਖਰੀਦ ਸਕਦੇ, ਆਪਣੇ ਇੱਕ ਮੇਲਾ ਵਾਂਗ ਆਪਾਂ ਕੋਈ ਇਵੈਂਟ ਆਪਾਂ ਜੇ ਕਰਾ ਸਕੀਏ। ਸੋ ਇਹੀ ਆਪਸ਼ਨਸ ਆਪਾਂ ਦੇਖਣੇ ਆ। ਪਰ in terms of safety, public safety, in terms of just noise disturbance and pollution, it was way too much. But definitely ਸਾਡੀ ਡਿਸਕਸ਼ਨ ਹੋਣੀ ਹੈ ਕਾਉਂਸਲ ਦੇ ਵਿੱਚ। ਤੇ ਇੱਕ ਢਿੱਲੋਂ ਸਾਹਿਬ, ਡਰਾਈਵੇਜ਼ ਦਾ ਮੁੱਦਾ, ਜਿਸ ਸੰਬੰਧੀ ਵੱਖ-ਵੱਖ ਲੋਕਾਂ ਦੇ ਅਲੱਗ-ਅਲੱਗ ਪੱਖ ਨੇ। ਇਸ ਸੰਬੰਧੀ ਕੁਝ ਲੋਕਾਂ ਦਾ ਪੱਖ ਜਿਹੜਾ ਡਰਾਈਵੇਜ਼ ਨੂੰ ਲੈ ਕੇ ਆਮ ਲੋਕਾਂ ਤੋਂ ਵੱਖਰਾ ਹੈ। ਕਈ ਅਸੀਂ ਡਰਾਈਵੇਜ਼ ਵੇਖੇ ਬਾਏ ਲਾਅ ਜਿਹੜੇ ਸਹੀ ਵੀ ਨਹੀਂ ਬਣੇ, ਔਰ ਕਈ ਲੋਕਾਂ ਨੂੰ ਜਿਹੜਾ ਲਗਾਤਾਰ ਡਰ ਵੀ ਸਤਾ ਰਿਹਾ ਆਪਣੇ ਡਰਾਈਵੇਜ਼ ਦੀ ਜਿਹੜੀ ਭੰਨ ਤੋੜ ਹੋਣੀ ਹੈ ਬਾਏ ਲਾਅ ਦੇ ਅਕੋਰਡਿੰਗ। ਡਰਾਈਵੇਜ਼ ਸੰਬੰਧੀ ਤੁਹਾਡੇ ਕੋਲ ਜਿਹੜਾ ਫੀਡਬੈਕ ਕੀ ਆਇਆ ਤੇ ਜਿਹੜਾ ਤੁਹਾਡਾ ਮੋਸ਼ਨ ਸੀ ਉਹਦੇ ਬਾਰੇ ਥੋੜ੍ਹਾ ਵਿਸਥਾਰ ਨਾਲ ਲੋਕਾਂ ਨੂੰ ਦੱਸੋ। ਭਾਜੀ, ਸਭ ਤੋਂ ਪਹਿਲਾਂ ਮੈਂ ਕਹਿ ਦੇਵਾਂ ਕਿ ਕਈ ਵਾਰ ਸਾਨੂੰ ਲੱਗਦਾ, ਲੋਕਾਂ ਨੂੰ ਲੱਗਦਾ ਕਿ ਸਿਟੀ ਸਾਡੇ ਅਗੇਂਸਟ ਹੈ। ਬਿਲਕੁਲ। ਐਂਡ ਬਗੈਰ ਗੱਲੋਂ ਸਿਟੀ ਸਾਨੂੰ basically ਹੁਣ ਲੋਕੀ ਕਹਿੰਦੇ ਕਿ there's raids, there's blitzes, and for basement issue and for driveway issue, ਤੇ ਜਿਹੜਾ as a city councillor, elected regional council elected official, ਸਾਡੀ ਇੱਕ ਰਿਸਪੌਂਸਿਬਿਲਿਟੀ ਹੈ ਲੋਕਾਂ ਦੀ ਮਦਦ ਕਰਨ ਵਾਸਤੇ। ਬਿਲਕੁਲ। ਇਹੀ ਮੈਂ ਮੇਰੀ ਰਿਕੁਐਸਟ ਸੀਗੀ ਥੋੜੇ ਚਿਰ ਪਹਿਲਾਂ ਸਾਡੇ ਕਾਉਂਸਲ ਦੇ ਵਿੱਚ। ਮੈਂ ਕਿਹਾ ਲਿਸਨ, ਰਾਈਟ ਨਾਓ ਜਿਹੜੇ ਹੁਣ 1000 ਤੋਂ ਜ਼ਿਆਦਾ ਜਿਹੜੇ ਪ੍ਰਾਪਰਟੀਜ਼ ਜਿਹੜੇ ਲੋਕੀ ਹੁਣ ਚਾਰਜ ਹੋਏ ਨੇ ਬਾਈ ਲਾਅ ਇਨਫਰੈਕਸ਼ਨਸ ਵਾਸਤੇ, ਵੱਡੀਆਂ ਡਰਾਈਵੇ ਵਾਸਤੇ, ਉਹਨਾਂ ਨੂੰ ਥੋੜੀ ਜਿਹੀ ਆਪਾਂ ਬ੍ਰੇਕ ਦੇ ਦਈਏ, ਮਾਫ ਕਰ ਦਈਏ। ਕਿਉਂ? ਕਿਉਂਕਿ ਉਹ ਪਹਿਲੇ ਸਿਸਟਮ ਦੇ ਅੰਡਰ ਉਹ ਚਾਰਜ ਹੋਏ। ਪਹਿਲੇ ਸਿਸਟਮ ਕੀ ਸੀਗਾ ਕਿ ਤੁਸੀਂ ਜਦੋਂ ਜਿਹਦੇ ਮਰਜ਼ੀ ਤੁਸੀਂ ਕਰਾ ਸਕਦੇ ਹੋ ਆਪਣੀ ਡਰਾਈਵੇ ਵਾਈਡਨ, ਤੇ ਕੋਈ ਪਰਮਿਟ ਨਹੀਂ ਸੀ ਲੈਣਾ ਪੈਂਦਾ। ਤੇ ਮੋਸਟਲੀ ਕੀ ਹੁੰਦਾ ਸੀਗਾ ਕਿ ਉਹ ਜਿਹੜੇ ਕੰਟਰੈਕਟਰਸ ਉਹ ਆ ਜਾਂਦੇ ਸੀਗੇ, ਵੱਡੀ ਬਣਾ ਦਿੰਦੇ ਸੀਗੇ, ਕਹਿੰਦੇ ਕਿ ਲੀਗਲ ਹੈਗੀ, ਇਲੀਗਲ। ਸੋ somebody will complain, ਉਹ ਕੰਪਲੇਂਟ ਤੋਂ ਬਾਅਦ ਫਿਰ ਇਹਨਾਂ ਨੂੰ ਸਾਰੀ ਰਿਸਪੌਂਸਿਬਿਲਿਟੀ, ਲਾਇਬਿਲਿਟੀ ਰੈਜ਼ੀਡੈਂਟਸ ਦੇ ਉੱਤੇ ਸੀਗਾ। ਉਹਨਾਂ ਨੂੰ ਇਹ ਸੀਗਾ ਕਿ ਅਸੀਂ ਘਰ ਨੂੰ ਵਧੀਆ ਬਣਾ ਰਹੇ ਹਾਂ, ਨੇਬਰਹੁੱਡ ਨੂੰ ਵਧੀਆ ਬਣਾ ਰਹੇ, ਬਿਊਟੀਫਾਈ ਕਰ ਰਹੇ ਹਾਂ, ਬਟ ਇਨ ਦੀ ਐਂਡ ਪਟਾਉਣਾ ਪੈਂਦਾ ਸੀਗਾ ਸਾਈਡਾਂ ਤੋਂ, ਜਾਂ ਇਹਨਾਂ ਨੂੰ ਫਾਈਨ ਪੇ ਕਰਨਾ ਪੈਂਦਾ ਸੀਗਾ। ਸੋ ਨਵੇਂ ਸਿਸਟਮ ਦੇ ਨਾਲ ਤੁਹਾਨੂੰ ਸਿਟੀ ਦੀ ਵੈਬਸਾਈਟ ਤੋਂ ਜਾ ਕੇ ਇੱਕ ਲਿਸਟ ਹੈ, ਉਹ ਲਿਸਟ ਦੇ ਵਿੱਚ ਉਹ ਕੰਸਟਰਕਸ਼ਨ ਕੰਪਨੀਜ਼ ਨੇ ਜਿਨ੍ਹਾਂ ਨੇ ਆਪਣਾ ਨਾਮ ਰਜਿਸਟਰ ਕਰਾਇਆ ਸਿਟੀ ਦੇ ਨਾਲ, ਉਹਨਾਂ ਦੇ ਕੋਲੋਂ ਹੀ ਕਰਾ ਸਕਦੇ ਹੋ। ਪੂਰੀ ਟ੍ਰੇਨਡ ਨੇ, ਉਹਨਾਂ ਨੇ ਕੋਰਸ ਵੀ ਲਿਆ ਹੋਵੇ, ਤੇ ਜਿਹੜੀ ਲਾਇਬਿਲਿਟੀ ਰਿਸਪੌਂਸਿਬਿਲਿਟੀ ਉਹਨਾਂ ਦੇ ਸਿਰ ਤੇ ਹੈ। ਸੋ ਵੱਡੀ ਬਣਾ ਦੇਣਗੇ, ਤੁਹਾਡਾ ਕੋਈ ਹੈ ਨੀਗਾ, ਉਹਨਾਂ ਨੇ ਸਾਰਾ ਕੁਝ ਫਿਕਸ ਕਰਨਾ। ਸੋ 2-3 ਇਸ਼ੂਜ਼ ਨੇ। ਨੰਬਰ 1 ਕਿ ਸਿਟੀ ਨੇ ਕਦੀ ਸਲਾਹ ਨਹੀਂ ਕੀਤੀ ਆਪਣੇ ਲੋਕਾਂ ਦੇ ਨਾਲ ਕਿ ਤੁਸੀਂ ਕੀ ਚਾਹੁੰਦੇ ਹੋ ਆਪਣੇ ਘਰਾਂ ਚੋਂ, ਆਪਣੇ lot sizes ਤੋਂ, ਆਪਣੇ lot design, driveway design, even the subdivision design. That's number 1. Number 2 is city ਨੇ ਕਦੀ ਇਹ ਨਹੀਂ ਜਿਹੜੇ ਡੈਮੋਗ੍ਰਾਫਿਕਸ ਨੇ, ਜਿਹੜੀ ਚੇਂਜਿੰਗ ਸੋਸਾਇਟੀ, ਇਹ ਨਹੀਂ ਕਦੀ ਨੋਟਿਸ ਕੀਤੀ। ਹੁਣ ਲੋਕਾਂ ਦੇ ਕੋਲ ਬੜੇ ਫਾਈਨੈਂਸ਼ੀਅਲ ਇਸ਼ੂਜ਼ ਨੇ, ਲੋਕਾਂ ਦੇ ਕੋਲ ਇਕਨੋਮਿਕ ਇਸ਼ੂਜ਼ ਨੇ। ਹੁਣ ਫੈਮਿਲੀ ਸਿਸਟਮ ਵੀ ਚੇਂਜ ਹੋਇਆ, ਅਸੀਂ ਜੁਆਇੰਟ ਫੈਮਿਲੀਜ਼ ਦੇ ਵਿੱਚ ਰਹਿ ਰਹੇ ਹਾਂ। ਬੱਚੇ ਹੁਣ ਘਰੇ ਰਹਿ ਰਹੇ ਨੇ ਬਿਕਾਜ਼ ਦੇ ਕੈਨ ਅਫੋਰਡ ਅ $2 million ਹਾਊਸ। ਐਂਡ ਸੋ 3-4 ਕਾਰਾਂ ਯੂਜਲੀ ਹੁੰਦੀਆਂ, ਲੀਸਟ 2 ਕਾਰਾਂ ਹੁੰਦੀਆਂ ਨੇ। ਨਾਲੇ ਸਿਟੀ ਇਹ ਵੀ ਕਹਿ ਰਹੀ ਕਿ ਤੁਸੀਂ ਆਪਣੀ ਬੇਸਮੈਂਟ ਰਜਿਸਟਰ ਕਰਾਓ ਕਿ ਸਾਡੇ ਕੋਲ ਅਫੋਰਡੇਬਲ ਹਾਊਸਿੰਗ ਹੈ ਨਹੀਂ। ਉਹ ਲੋਕਾਂ ਤੇ ਪ੍ਰੈਸ਼ਰ ਪਾ ਰਹੇ, ਪਰ ਐਟ ਦ ਸੇਮ ਟਾਈਮ ਦੇ ਐਡਿੰਗ ਟੂ ਦ ਪ੍ਰੈਸ਼ਰ, ਕਿਉਂਕਿ ਉਹ ਥੋੜੀ ਜਿਹੀ ਜਿਹੜੀ ਡਰਾਈਵਿੰਗ ਜਿਹੜੀ ਥੋੜੀ ਜਿਹੀ ਵੱਡੀ ਵੀ ਹੋਵੇ,
ਉਹਨਾਂ ਤੇ ਰਾਈਟ ਵੇ ਉਹ ਚਾਰਜ ਉਹ ਲਾ ਦਿੰਦੇ ਨੇ। ਸੋ ਇੱਕ ਅਨਫੇਅਰ ਸਿਸਟਮ ਬਣਾਇਆ ਸੀਗਾ ਤੇ ਅਨਫੇਅਰਲੀ ਲੋਕਾਂ ਨੂੰ ਇਹ ਜਿਹੜੇ ਹੁਣ ਐਗਜ਼ਾਮਪਲ ਦੇ ਨਾ ਵੱਡੇ ਘਰ ਬਣਾ ਦਿੰਦੇ ਨੇ ਮਕਵੀਨ ਜਾਂ ਕੰਟਰੀ ਸਾਈਡ ਤੇ ਜਾ ਲਓ, ਬਹੁਤ ਵੱਡੇ ਘਰ ਨੇ, ਪਰ ਜਿਹੜੀ ਵਾਕਵੇ ਡਰਾਈਵ ਦੇ ਵਿੱਚੋਂ ਦੀ ਇਹ ਬਣਾ ਦਿੰਦੇ ਸੀਗੇ। ਸੋ ਲੋਕੀ ਕੀ ਕਰਨ ਵਿਚਾਰੇ, right now when there's 1,000 people, I said let's give them forgiveness। ਗਾਂ ਤੋਂ ਜੇ ਆਪਾਂ ਸਟ੍ਰਿਕਟ ਹੋਣਾ, ਚਲੋ let's be strict, but unfortunately ਇਹ ਰਿਜੈਕਟ ਹੋ ਗਿਆ ਸੀਗਾ ਮੇਰਾ ਮਤਾ। ਕਈ ਜਿਹੜੇ environmental issues ਜਾਂ ਹੋਰ ਕਈ issues ਲੈ ਕੇ ਆ ਗਏ ਸੀਗੇ ਮੇਰੇ colleagues, I didn't agree with it, but we're still going to continue to work to see how we can help these people out। ਜੀ, ਤਾਂ ਬਹੁਤ ਹੀ ਇੱਕ ਅਹਿਮ ਮੁੱਦਾ ਜਿਹਦੇ ਬਾਰੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਾਰਾ ਸਪਸ਼ਟ ਕੀਤਾ ਕਿ ਕਿਸ ਤਰ੍ਹਾਂ ਸਾਰੀ ਰੂਪਰੇਖਾ ਤਿਆਰ ਹੁੰਦੀ ਹੈ। ਖਾਸ ਤੌਰ 'ਤੇ ਸਿਟੀ ਆਫ ਬਰੈਂਪਟਨ ਜਿਹੜਾ ਲਗਾਤਾਰ ਇਹਨੂੰ ਲੋੜ ਹੈ ਇਸ ਸੰਬੰਧੀ ਖਾਸ ਤੌਰ 'ਤੇ ਸਟੱਡੀ ਕਰਨ ਦੀ, ਲੋਕਾਂ ਦਾ ਫੀਡਬੈਕ ਲੈਣ ਦੀ, ਔਰ ਇਸ ਸੰਬੰਧੀ ਜਿਹੜੇ ਸਰਦਾਰ ਢਿੱਲੋਂ ਹੈ ਲਗਾਤਾਰ ਯਤਨਸ਼ੀਲ ਹੈ। ਢਿੱਲੋਂ ਸਾਹਿਬ ਜਾਂਦੇ ਜਾਂਦੇ ਕਮਿਊਨਿਟੀ ਦਾ ਇੱਕ ਅਹਿਮ ਮਸਲਾ ਟਰੱਕ ਪਾਰਕਿੰਗ ਦਾ, ਜਾਣਦੇ ਹਾਂ ਵੱਡੀ ਗਿਣਤੀ 'ਚ ਪੰਜਾਬੀ ਭੈਣ ਭਰਾ ਇਸ ਇੰਡਸਟਰੀ ਨਾਲ ਜੁੜੇ ਹੋਏ ਹੈ, ਔਰ ਲਗਾਤਾਰ ਇਹ ਮੁੱਦਾ ਜਿਹੜਾ ਖਾਸ ਤੌਰ 'ਤੇ ਆਪਣੇ ਖੇਤਰ ਵਿੱਚ ਵੇਖਣ ਨੂੰ ਮਿਲਦਾ, ਟਰੱਕ ਪਾਰਕਿੰਗ ਦੀ ਕਮੀ ਹੈ। ਅਤੇ ਇਸ ਸੰਬੰਧੀ ਤੁਹਾਡੇ ਕੋਲ ਲਗਾਤਾਰ ਲੋਕਾਂ ਦਾ ਫੀਡਬੈਕ ਆਉਂਦਾ ਹੈ, ਐਨੀ ਕੋਈ ਪਲਾਨ ਇਸ ਸੰਬੰਧੀ ਵੀ ਤੁਸੀਂ ਜੋ ਕੋਸ਼ਿਸ਼ ਕਰ ਰਹੇ ਹੋ? ਜ਼ਰੂਰ ਜੀ। ਸੋ ਰੀਜਨ ਆਫ ਪੀਐਲ ਦੇ ਵਿੱਚ ਮੈਂ ਉਹਨਾਂ ਦੇ ਗੁੱਡਸ ਮੂਵਮੈਂਟ ਟਾਸਕ ਫੋਰਸ ਦੇ ਵਿੱਚ ਹਾਂ, ਜਿਹੜਾ ਹੁਣ ਟਰੱਕਿੰਗ ਦੇ ਨਾਲ ਡੀਲ ਕਰਦਾ। ਬਹੁਤ ਇਸ਼ੂਜ਼ ਆਪਾਂ ਵੇਖਦੇ ਹਾਂ, ਬਹੁਤ ਸੋਲੂਸ਼ਨਸ ਆਪਾਂ ਲੱਭਦੇ ਹਾਂ। many different things। ਹੁਣ ਦੇਖੋ 12% ਸਾਡੀਆਂ ਜੌਬਸ ਬਰੈਂਪਟਨ ਦੇ ਵਿੱਚ ਟਰੱਕਿੰਗ ਰਿਲੇਟਡ ਨੇ। ਸਾਡਾ ਕੋਈ ਨਾ ਕੋਈ ਰਿਸ਼ਤੇਦਾਰ, ਫੈਮਿਲੀ ਮੈਂਬਰ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਨੇ। I would say almost every family। ਪਰ ਇਹੀ ਆਪਾਂ ਦੇਖਦੇ ਪਏ ਸੀਗੇ ਕਿ ਬਹੁਤ ਜ਼ਿਆਦਾ ਸਾਡੇ ਕੰਪਨੀਆਂ, ਆਪਣੇ ਟਰੱਕਰ ਵੀ ਤੇ ਭੈਣ ਵੀ, ਉਹ ਬਾਹਰ ਮੂਵ ਹੋ ਰਹੇ ਆ ਕਿਉਂ ਪਾਰਕਿੰਗ ਹੈ ਨਹੀਂ। ਐਂਡ ਸੋ ਅਸੀਂ ਇਹ ਕੀਤਾ, ਅਗਸਤ ਵਿੱਚ ਪਾਸ ਕਰਾਇਆ ਸੀਗਾ ਕਿ ਟਰੱਕ ਪਾਰਕਿੰਗ ਐਡ ਕਰਨੀ ਬਰੈਂਪਟਨ ਦੇ ਵਿੱਚ। and so ਜਿਹੜੇ ਵੀ unused lands ਨੇ, ਜਿੱਥੇ ਜਿਹੜੇ ਘਰਾਂ ਦੇ ਜਾਂ residential area ਦੇ ਲਾਗੇ ਨੇਗੇ, ਉਹਨਾਂ ਨੂੰ ਆਪ ਅਸੀਂ ਅਪਰੋਚ ਕਰਨਾ, ਜੋ ਉਹ ਸਾਨੂੰ ਅਪਰੋਚ ਕਰ ਸਕਦੇ ਨੇ ਕਿ ਅਸੀਂ ਚਾਹੁੰਦੇ ਕਿ ਅਸੀਂ ਇਹਨੂੰ ਟਰੱਕ ਪਾਰਕਿੰਗ ਬਣਾਈਏ। ਡਿਫਰੈਂਟ ਬਹੁਤ ਫਾਇਦੇ ਨੇ, ਉਹਨਾਂ ਨੂੰ ਵੀ ਫਾਇਦਾ, they'll be able to make some money, economic benefit। ਟਰੱਕਰ ਵੀਰਾਂ ਨੂੰ ਫਾਇਦਾ, ਟਰਾਂਸਪੋਰਟ ਕੰਪਨੀਜ਼ ਨੂੰ ਵੀ ਫਾਇਦਾ ਕਿ ਲਾਗੇ ਇਹਨਾਂ ਦੇ ਟਰੱਕ ਪਾਰਕਿੰਗ ਯਾਰਡਸ ਹੋਣਗੇ। Instead of driving an hour and a half, 2 hours, they can go drive 10-15 minutes in their home। ਤੇ productivity ਵੀ increased, family ਦੇ ਨਾਲ time spend ਕਰ, and it's also a financial benefit for them as well। And so ਜੇ ਕਿਸੇ ਦੇ ਕੋਲ ਕੋਈ ਹੋਰ question ਹੈ, definitely ਆਪਾਂ ਹੋਰ ਤੁਹਾਨੂੰ ਜਾਣਕਾਰੀ ਆਪਾਂ ਦੇ ਸਕਦੇ ਹਾਂ। At any time give us a call। ਜੀ, ਸੋ ਇਸ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਨਾਲ ਲੈਣ ਦਾ। ਢਿੱਲੋਂ ਸਾਹਿਬ, ਤੁਸੀਂ ਕੀਮਤੀ ਸਮਾਂ ਪੰਜਾਬ ਸਟਾਰ ਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ, ਰੀਜਨਲ ਕਾਉਂਸਲਰ ਸਿਟੀ ਆਫ ਬਰੈਂਪਟਨ, ਵਾਰਡ 9 ਤੋਂ 10, ਜਿਨ੍ਹਾਂ ਨੇ ਬਹੁਤ ਹੀ ਅਹਿਮ ਕਮਿਊਨਿਟੀ ਦੇ ਮੁੱਦੇ, ਜਿਨ੍ਹਾਂ ਵਿੱਚ ਟੈਕਸ ਔਰ ਸਪੀਡ ਕੈਮਰਾਜ਼, ਪਟਾਕੇ, ਫਾਇਰ ਵਰਕਸ ਔਰ ਖਾਸ ਤੌਰ 'ਤੇ ਕੈਨਬੀਸ, ਭੰਗ ਦੇ ਸਟੋਰਾਂ ਨੂੰ ਲੈ ਕੇ ਸਿਟੀ ਆਫ ਬਰੈਂਪਟਨ ਔਰ ਆਪਣੀ ਜਿਹੜੀ ਸਥਿਤੀ, ਆਪਣਾ ਪੱਖ ਹੈ, ਉਹ ਸਪਸ਼ਟ ਕੀਤਾ। ਜਲਦੀ ਨਵੇਂ ਐਪੀਸੋਡ ਨਾਲ, ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਆਗਿਆ। ਧੰਨਵਾਦ।